ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਦੇ ਵਿੱਚ ਇੱਕ ਪੰਛੀਆਂ ਦਾ ਝੁੰਡ ਉੱਡਿਆ ਜਾ ਰਿਹਾ ਸੀ। ਇਸ ਝੁੰਡ ਨੇ ਅਚਾਨਕ ਕੀ ਦੇਖਿਆ ਕਿ ਥੱਲੇ ਬਹੁਤ ਜ਼ਿਆਦਾ ਚੂਗਾ ਖਿਲਾਰਿਆ ਹੋਇਆ ਹੈ। ਇੱਕ ਇੱਕ ਕਰਕੇ ਪੰਛੀ ਉਧਰ ਨੂੰ ਜਾਂਦੇ ਗਏ ਤੇ ਹੌਲੀ ਹੌਲੀ ਚੂਗਾ ਚੁਗਣ ਲੱਗੀ। ਉਹਨਾਂ ਦੇ ਵਿੱਚ ਇੱਕ ਬਹੁਤ ਹੀ ਬਿਮਾਰ ਘੁੱਗੀ ਸੀ। ਘੁੱਗੀ ਨੇ ਸੋਚਿਆ ਕਿ ਮੈਂ ਜੇ ਥੱਲੇ ਚਲੀ ਗਈ ਤਾਂ ਵਾਪਸ ਮੇਰੇ ਤੋਂ ਉੱਡਿਆ ਨਹੀਂ ਜਾਣਾ, ਪਰ ਉਸਨੂੰ ਅੰਤਾਂ ਦੀ ਸ਼ਦੀਦ ਭੁੱਖ ਲੱਗੀ ਹੋਈ ਸੀ। ਫਿਰ ਉਸਨੇ ਸੋਚਿਆ ਕਿ ਮੈਂ ਇੱਥੇ ਹਵਾ ਦੇ ਵਿੱਚ ਉੱਡਦੀ ਉੱਡਦੀ ਮਰ ਜਾਵਾਂ, ਇਹਦੇ ਨਾਲੋਂ ਬਿਹਤਰ ਤੇ ਇਹੀ ਹੋਵੇਗਾ ਨਾ ਕਿ ਮੈਂ ਭੁੱਖ ਮਿਟਾ ਲਵਾਂ, ਭੁੱਖ ਨਾਲ ਨਾ ਮਰਾਂ, ਬਾਅਦ ਵਿੱਚ ਦੇਖੀ ਜਾਊਗੀ ਕਿ ਉੱਡਿਆ ਜਾਂਦਾ ਕਿ ਨਹੀਂ। ਉਹ ਵੀ ਉੱਥੇ ਜਾ ਕੇ ਦੂਜੇ ਪੰਛੀਆਂ ਦੇ ਵਿੱਚ ਬੈਠ ਕੇ ਚੂਗਾ ਚੁਗਣ ਲੱਗੀ। ਜਿਵੇਂ ਜਿਵੇਂ ਪੰਛੀਆਂ ਦੀ ਭੁੱਖ ਮਿਟਦੀ, ਇੱਕ ਇੱਕ ਕਰਕੇ ਉਹ ਵਾਪਸ ਉੱਡ ਕੇ ਅਸਮਾਨ ਵੱਲ ਨੂੰ ਜਾਣ ਲੱਗਦੇ। ਪਰ ਜਿਹੜੀ ਘੁੱਗੀ ਸੀ ਸਭ ਤੋਂ ਅੰਤ ਵਿੱਚ ਉਹ ਇਕੱਲੀ ਰਹਿ ਗਈ, ਉਸ ਤੋਂ ਉੱਡਿਆ ਨਾ ਗਿਆ। ਇਹ ਸਾਰਾ ਕੁਝ ਦੇਖ ਰਿਹਾ ਸੀ ਇੱਕ ਟਹਿਣੀ ਦੇ ਉੱਪਰ ਬੈਠਾ ਹੋਇਆ ਇੱਕ ਕਾਂ ਦਾ ਸੁਭਾਅ ਥੋੜਾ ਜਿਹਾ ਖਚਰਾ ਹੁੰਦਾ ਹੈ। ਉਸਨੇ ਦੇਖਿਆ ਕਿ ਘੁੱਗੀ ਤੋਂ ਉੱਡਿਆ ਨਹੀਂ ਜਾ ਰਿਹਾ। ਉਸਨੇ ਸੋਚਿਆ ਕਿ ਇਸ ਨੂੰ ਪਰੇਸ਼ਾਨ ਕਰਦੇ ਹਾਂ ਤੇ ਜੇ ਇਹ ਕਿਧਰੇ ਮਰ ਮੁੱਕ ਗਈ ਤੇ ਇਸ ਨੂੰ ਆਪਣਾ ਭੋਜਨ ਬਣਾ ਲਵਾਂਗੇ। ਉਸਨੇ ਘੁੱਗੀ ਨੂੰ ਆ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਘੁੱਗੀ ਉੱਡਣਾ ਚਾਹਵੇ ਪਰ ਉਸ ਤੋਂ ਉੱਡਿਆ ਨਹੀਂ ਸੀ ਜਾਂਦਾ, ਕਿਉਂਕਿ ਖੰਭ ਤੇ ਉਸਦਾ ਸਰੀਰ ਸਾਥ ਨਹੀਂ ਸਨ ਦਿੰਦੇ। ਫਿਰ ਉਸਨੇ ਕਾਂ ਕਰਕੇ ਆਪ ਦੇ ਵਰਗੇ ਕਾਂ ਹੋਰ ਬੁਲਾ ਲਏ। ਉਹ ਸਾਰੇ ਰਲ ਕੇ ਉਸ ਨੂੰ ਪਰੇਸ਼ਾਨ ਕਰਨ ਲੱਗੇ ਤੇ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਘੁੱਗੀ ਦੇ ਪ੍ਰਾਣ ਪਖੇਰੂ ਹੋਣਗੇ ਤੇ ਫਿਰ ਰਲ ਕੇ ਇਸ ਦਾ ਭੋਜਨ ਕਰ ਲਵਾਂਗੇ। ਪਰ ਜਿਸ ਨੂੰ ਪਰਮਾਤਮਾ ਨੇ ਅਕਲ ਦਿੱਤੀ ਹੋਵੇ ਤੇ ਜਿਸ ਨੂੰ ਪਰਮਾਤਮਾ ਨੇ ਰੱਖਣਾ ਹੋਵੇ, ਉਸ ਦੇ ਦਿਮਾਗ ਵਿੱਚ ਕੋਈ ਨਾ ਕੋਈ ਢੰਗ ਤਰੀਕਾ ਆ ਜਾਂਦਾ ਹੈ, ਉਹਨੂੰ ਕੋਈ ਨਾ ਕੋਈ ਨਵੀਂ ਗੱਲ ਔੜ ਪੈਂਦੀ ਹੈ। ਘੁੱਗੀ ਦੇ ਮਨ ਵਿੱਚ ਸੁਝਾਅ ਆਇਆ ਕਿ ਇੱਕ ਬਹੁਤ ਸੰਘਣੀ ਝਾੜੀ ਦੇ ਵਿੱਚ ਵੜ ਜਾਨੀ ਆ ਤੇ ਇਹ ਡਰਦੇ ਮੇਰੇ ਪਿੱਛੇ ਨਹੀਂ ਆਉਣਗੇ। ਇਸੇ ਤਰੀਕੇ ਨਾਲ ਹੋਇਆ। ਘੁੱਗੀ ਨੇ ਜੋ ਦਿਮਾਗ ਦੇ ਵਿੱਚ ਘਾੜਤ ਘੜੀ ਹੋਈ ਸੀ, ਉਸ ਦੇ ਤਹਿਤ ਉਹ ਇੱਕ ਝਾੜੀ ਦੇ ਵਿੱਚ ਕਾਫੀ ਅੰਦਰ ਵੜ ਕੇ ਬੈਠ ਗਈ। ਕਾਵਾਂ ਨੇ ਬਾਹਰ ਇੰਤਜ਼ਾਰ ਕਰਨਾ ਸ਼ੁਰੂ ਕੀਤਾ। ਉਹ ਕਾਫੀ ਰੌਲਾ ਪਾਉਂਦੇ ਰਹੇ। ਉਹਨਾਂ ਨੂੰ ਸੀ ਕਿ ਸ਼ਾਇਦ ਸਾਡੇ ਰੌਲੇ ਤੇ ਡਰ ਤੋਂ ਘੁੱਗੀ ਬਾਹਰ ਆ ਜਾਵੇ, ਪਰ ਉਹ ਬਾਹਰ ਨਾ ਆਈ। ਰਾਤ ਵੇਲਾ ਹੋ ਗਿਆ। ਉਹ ਉੱਡ ਕੇ ਚਲੇ ਗਏ। ਘੁੱਗੀ ਉੱਥੇ ਝਾੜੀ ਦੇ ਅੰਦਰ ਰਹਿ ਗਈ। ਥੋੜੀ ਜਿਹੀ ਰਾਤ ਹੋਰ ਹੋਈ ਤਾਂ ਇੱਕ ਜਥਾ ਤੁਰਦਾ ਆਇਆ ਤੇ ਨਾਲ ਦੇ ਪਿੱਪਲ ਦੇ ਦਰਖਤ ਹੇਠਾਂ ਆ ਕੇ ਆਰਾਮ ਫਰਮਾਉਣ ਲੱਗਾ। ਉਸ ਜਥੇ ਦੇ ਵਿੱਚ ਇੱਕ ਬਹੁਤ ਹੀ ਸੁਲਝਿਆ ਹੋਇਆ ਸਾਧੂ ਸੀ, ਮਹਾਤਮਾ ਸੀ ਉਹ, ਤੇ ਨਾਲ ਉਸਦੇ ਕੁਝ ਚੇਲੇ ਸਨ। ਉਹਨਾਂ ਨੂੰ ਉੱਥੋਂ ਦਾ ਵਾਤਾਵਰਨ ਚੰਗਾ ਲੱਗਿਆ, ਕਿਉਂਕਿ ਬਹੁਤ ਨੇੜ ਦੀ ਇੱਕ ਨਦੀ ਵਗਦੀ ਸੀ ਤੇ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਝੁੱਗੀ ਉੱਥੇ ਹੀ ਬਣਾ ਲਈ। ਅਗਲੇ ਦਿਨ ਸਵੇਰੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਪਾਂ ਅਗਲੇ ਕੁਝ ਦਿਨਾਂ ਦੇ ਲਈ ਇਸੇ ਥਾਂ ਨੂੰ ਪੱਕਾ ਟਿਕਾਣਾ ਬਣਾ ਲਵਾਂਗੇ। ਭੋਜਨ ਦਾ ਇੰਤਜ਼ਾਮ ਕਰਕੇ ਲੈ ਆਇਆ ਕਰਾਂਗੇ ਤੇ ਜੇ ਕੋਈ ਸਾਡੇ ਕੋਲੇ ਸਾਨੂੰ ਮਿਲਣ ਆਇਆ ਕਰੂਗਾ ਤੇ ਉਸ ਨੂੰ ਗਿਆਨ ਦੀਆਂ ਗੱਲਾਂ ਵੰਡਿਆ ਕਰਾਂਗੇ। ਹਰ ਰੋਜ਼ ਸਵੇਰੇ ਉੱਠ ਕੇ ਉਹ ਪੂਜਾ ਪਾਠ ਕਰਿਆ ਕਰਨ। ਪੂਜਾ ਪਾਠ ਕਰਨ ਤੋਂ ਬਾਅਦ ਭੋਜਨ ਬਣਾਇਆ ਕਰਨ। ਭੋਜਨ ਬਣਾ ਕੇ ਸਭ ਤੋਂ ਪਹਿਲਾਂ ਆਪਣੇ ਗੁਰੂ ਪੀਰ ਨੂੰ ਪਰਮਾਤਮਾ ਦੇ ਨਾਮ ਦਾ ਭੋਜਨ ਅਲੱਗ ਕੱਢ ਕੇ ਇੱਕ ਜਗ੍ਹਾ ਤੇ ਪਾ ਦਿਆ ਕਰਨ। ਉਸ ਉਪਰੰਤ ਉਹ ਸਤਸੰਗ ਕਰਿਆ ਕਰਦੇ ਸਨ। ਉਹਨਾਂ ਦਾ ਗੁਰੂ, ਉਹਨਾਂ ਦਾ ਮਹਾਤਮਾ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਦੱਸਿਆ ਕਰਦਾ ਸੀ ਤੇ ਫਿਰ ਦੁਪਹਿਰ ਵੇਲੇ ਥੋੜਾ ਆਰਾਮ ਫਰਮਾ ਕੇ ਰਾਤ ਨੂੰ ਭੋਜਨ ਦੀ ਤਿਆਰੀ ਕਰਕੇ ਰਾਤ ਵੇਲੇ ਤੱਕ, ਕਈ ਵਾਰ ਬਹੁਤ ਗਈ ਰਾਤ ਤੱਕ, ਉਹ ਆਪਸ ਦੇ ਵਿੱਚ ਸਲਾਹ ਮਸ਼ਵਰੇ ਗਿਆਨ ਦੀਆਂ ਗੱਲਾਂ ਕਰਦੇ ਰਹਿੰਦੇ। ਕਈ ਵਾਰ ਕੋਈ ਰਾਂਦੀ ਪਾਂਦੀ ਵੀ ਉਹਨਾਂ ਕੋਲੇ ਆ ਕੇ ਰੁਕ ਜਾਂਦੇ ਸਨ। ਹੁਣ ਜਿਹੜਾ ਭੋਜਨ ਉਹ ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਨਾਮ ਦਾ, ਪਰਮਾਤਮਾ ਦੇ ਨਾਮ ਦਾ ਵੱਖਰਾ ਕੱਢਦੇ ਸਨ, ਉਹ ਦਾਣਾ ਪਾਣੀ ਜਿੱਥੇ ਰੱਖਦੇ ਸਨ, ਜਿੱਥੇ ਸੁੱਟਦੇ ਸਨ, ਉਹ ਝਾੜੀ ਦੇ ਨਾਲ ਵਾਲੀ ਥਾਂ ਸੀ। ਉਹ ਘੁੱਗੀ ਉੱਥੋਂ ਨਿਕਲਿਆ ਕਰਦੀ, ਉਸ ਝਾੜੀ ਵਾਲੀ ਥਾਂ ਤੋਂ ਚੋਗਾ ਚੁੱਕ ਕੇ ਫਿਰ ਅੰਦਰ ਵੜ ਜਾਇਆ ਕਰਦੀ। ਤੇ ਉਸ ਨੂੰ ਇਹ ਮਾਹੌਲ ਉਹਨਾਂ ਸਾਧੂਆਂ ਨਾਲੋਂ, ਉਹਨਾਂ ਲੋਕਾਂ ਨਾਲੋਂ ਵੀ ਜ਼ਿਆਦਾ ਪਸੰਦ ਆ ਰਿਹਾ ਸੀ, ਕਿਉਂਕਿ ਉਸ ਨੂੰ ਭੋਜਨ ਵੀ ਮਿਲ ਰਿਹਾ ਸੀ, ਉਸ ਦੀ ਸਿਹਤ ਵੀ ਠੀਕ ਹੋ ਰਹੀ ਸੀ ਤੇ ਨਾਲ ਦੀ ਨਾਲ ਉਸ ਨੂੰ ਗਿਆਨ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ। ਉਸ ਨੂੰ ਬਹੁਤ ਕੁਝ ਨਵਾਂ ਪਤਾ ਲੱਗ ਰਿਹਾ ਸੀ ਤੇ ਹੌਲੀ ਹੌਲੀ ਪਰਮਾਤਮਾ ਨੇ ਉਸ ਤੇ ਇੰਨੀ ਕਿਰਪਾ ਕੀਤੀ ਕਿ ਉਸ ਮਹਾਤਮਾ ਦੇ ਕਰਕੇ ਉਹ ਬੋਲਣਾ ਵੀ ਸਿੱਖ ਰਹੀ ਸੀ। ਉਸ ਨੂੰ ਇਨਸਾਨੀ ਭਾਸ਼ਾ ਵੀ ਆ ਰਹੀ ਸੀ। ਉਸ ਸਾਧੂ ਬਾਬੇ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ। ਹਰ ਰੋਜ਼ ਕੁਝ ਨਵੇਂ ਲੋਕ ਉੱਥੇ ਆਇਆ ਕਰਦੇ। ਨਵੇਂ ਕਿਸਮ ਦੇ ਸਵਾਲ, ਨਵੇਂ ਕਿਸਮ ਦੀਆਂ ਬੁਝਾਰਤਾਂ ਉਸ ਬਾਬੇ ਦੇ ਕੋਲ ਆ ਕੇ ਪਾਉਂਦੇ ਤੇ ਬਾਬਾ ਉਸ ਦਾ ਝੱਟ ਵਿੱਚ ਹੱਲ ਕੱਢ ਦਿਆ ਕਰਦਾ। ਇਹ ਗੱਲਾਂ ਬਾਬੇ ਦੇ ਜਿਹੜੇ ਚੇਲੇ ਸਨ ਉਹ ਵੀ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਵੀ ਰਹੇ ਸਨ। ਨਾਲ ਦੀ ਨਾਲ ਉਹਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਸੀ। ਉਹ ਬੁੱਧੀਮਾਨ ਹੋ ਰਹੇ ਸਨ ਤੇ ਉਹ ਘੁੱਗੀ ਜਿਹੜੀ ਆਪਣੀ ਜਾਨ ਬਚਾਉਂਦੀ ਕਿਸੇ ਵੇਲੇ ਝਾੜੀਆਂ ਦੇ ਵਿੱਚ ਲੁਕੀ ਹੋਈ ਸੀ, ਉਹਦੇ ਗਿਆਨ ਦੇ ਵਿੱਚ ਵੀ ਨਾਲ ਵਾਧਾ ਹੋ ਰਿਹਾ ਸੀ। ਸੋ ਤਕਰੀਬਨ 2 ਮਹੀਨਿਆਂ ਦੇ ਬਾਅਦ ਸਾਧੂ ਬਾਬੇ ਨੇ ਫੈਸਲਾ ਲਿਆ ਕਿ ਹੁਣ ਆਪਾਂ ਇੱਥੋਂ ਕੂਚ ਕਰਦੇ ਹਾਂ
ਹੁਣ ਕਿਸੇ ਅਗਲੇ ਸਥਾਨ ਤੇ ਜਾਂਦੇ ਆ, ਹੁਣ ਕੁਝ ਹੋਰ ਨਵੇਂ ਲੋਕਾਂ ਦੇ ਨਾਲ ਮਿਲਦੇ ਆ। ਇਹਨਾਂ ਕਹਿ ਕੇ ਉਹ ਉਸ ਥਾਂ ਤੋਂ ਚਲੇ ਗਏ। ਹੁਣ ਜਿਹੜੀ ਘੁੱਗੀ ਸੀ ਉਦੋਂ ਤੱਕ ਬਿਲਕੁਲ ਸਿਹਤਯਾਬ ਹੋ ਗਈ ਸੀ। ਉਸਦੇ ਖੰਭ ਅਤੇ ਉਸਦੇ ਸਰੀਰ ਦੇ ਵਿੱਚ ਇੱਕ ਵਾਰ ਤਾਕਤ ਆ ਗਈ ਸੀ। ਹੁਣ ਜਿੰਨਾ ਚਾਹੇ ਮਰਜ਼ੀ ਉੱਡ ਸਕਦੀ ਸੀ। ਨਾਲ ਦੀ ਨਾਲ ਉਸਨੂੰ ਇਸ ਗੱਲ ਦਾ ਫਖਰ ਸੀ, ਇਸ ਗੱਲ ਦਾ ਨਾਜ਼ ਸੀ ਕਿ ਹੁਣ ਉਹ ਇਨਸਾਨਾਂ ਵਾਂਗੂ ਬੋਲ ਸਕਦੀ ਹੈ। ਤੇ ਨਾਲ ਦੀ ਨਾਲ ਉਸ ਬਾਬੇ ਦੇ, ਉਸ ਸਾਧੂ ਦੇ ਦੱਸੇ ਹੋਏ ਬਹੁਤ ਸਾਰੇ ਗੁਣ ਉਸਨੇ ਅਪਣਾ ਲਏ ਸਨ। ਹੁਣ ਉਹ ਕਿਸੇ ਵੀ ਪੱਖੋਂ ਇਨਸਾਨਾਂ ਨਾਲੋਂ ਘੱਟ ਨਹੀਂ ਸੀ। ਬਸ ਪਰਮਾਤਮਾ ਦਾ ਦਿੱਤਾ ਹੋਇਆ ਸਰੀਰ ਵੱਖਰਾ ਸੀ, ਨਹੀਂ ਤਾਂ ਹੁਣ ਬਿਲਕੁਲ ਇਨ ਬਿਨ ਇਨਸਾਨਾਂ ਵਾਂਗ ਸੀ। ਫਿਰ ਇੱਕ ਦਿਨ ਉਹ ਇੱਕ ਨਗਰ ਦੇ ਕੋਲੋਂ ਲੰਘ ਰਹੀ ਸੀ ਤੇ ਉਸਨੇ ਦੇਖਿਆ ਕਿ ਉੱਥੇ ਕਾਫੀ ਸਾਰਾ ਚੋਗਾ ਖਿਲ ਰਿਹਾ ਹੋਇਆ ਹੈ। ਉਹ ਚੋਗਾ ਚੁਗਣ ਦੇ ਲਈ ਉੱਥੋਂ ਉਤਰੀ, ਪਰ ਪਰਮਾਤਮਾ ਦੀ ਜੋ ਮਰਜ਼ੀ, ਉੱਥੇ ਇੱਕ ਸ਼ਿਕਾਰੀ ਨੇ ਜਾਲ ਫਸਾਇਆ ਹੋਇਆ ਸੀ। ਉਸ ਦੇ ਜਾਲ ਵਿੱਚ ਕੋਈ ਹੋਰ ਪੰਛੀ ਤਾਂ ਆਇਆ ਨਹੀਂ। ਉਸਨੇ ਇਸ ਘੁੱਗੀ ਨੂੰ ਜਾਲ ਦੇ ਵਿੱਚ ਫਸਾ ਲਿਆ ਤੇ ਆਪਣੇ ਘਰ ਲੈ ਗਿਆ। ਘਰ ਜਾ ਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਿਆ ਕਿ ਅੱਜ ਬਹੁਤੇ ਪੰਛੀ ਤਾਂ ਜਾਲ ਵਿੱਚ ਆਏ ਨਹੀਂ, ਜਿਨ੍ਹਾਂ ਨੂੰ ਵੇਚ ਕੇ ਮੈਂ ਚੰਦ ਰੁਪਈਏ ਬਣਾ ਸਕਦਾ ਤੇ ਰਾਤ ਦੀ ਰੋਟੀ ਦਾ ਹੀਲਾ ਹੋ ਸਕਦਾ। ਇੱਕ ਘੁੱਗੀ ਹੈ, ਵਿਕੀ ਤਾਂ ਨਹੀਂ। ਚੱਲ ਇਸ ਤਰ੍ਹਾਂ ਕਰ, ਇਸ ਨੂੰ ਪਕਾ ਲੈ, ਆਪਾਂ ਇਸੇ ਨੂੰ ਖਾ ਲਵਾਂਗੇ। ਸ਼ਿਕਾਰੀ ਨੇ ਘੁੱਗੀ ਨੂੰ ਜੰਜੀਰਾਂ ਦੇ ਵਿੱਚ ਬੰਨ੍ਹ ਕੇ ਇੱਕ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਸੀ। ਹੁਣ ਜਿਵੇਂ ਸ਼ਿਕਾਰੀ ਦੀ ਘਰਵਾਲੀ ਉਧਰ ਨੂੰ ਆਈ, ਪਿੰਜਰਾ ਚੁੱਕ ਕੇ ਨੇੜੇ ਨੂੰ ਲੈ ਗਈ ਜਿਸ ਪਾਸੇ ਉਸਨੇ ਰਸੋਈ ਬਣਾਈ ਹੋਈ ਸੀ, ਤਾਂ ਘੁੱਗੀ ਨੂੰ ਆਪਣੀ ਮੌਤ ਆਉਂਦੀ ਸਾਖਸ਼ਾਤ ਦਿਸੀ। ਉਸਨੇ ਦੋਵਾਂ ਨੂੰ ਇੱਕਦਮ ਇਨਸਾਨੀ ਆਵਾਜ਼ ਦੇ ਵਿੱਚ ਕਿਹਾ ਕਿ ਦੇਖੋ, ਮੈਂ ਕੋਈ ਆਮ ਘੁੱਗੀ ਨਹੀਂ, ਤੁਸੀਂ ਮੈਨੂੰ ਜਾਣਦੇ ਹੋ। ਮੈਂ ਤੁਹਾਨੂੰ ਕੋਈ 5 ਗਿਆਨ ਦੀਆਂ ਗੱਲਾਂ ਦੱਸਦੀ ਹਾਂ। ਸ਼ਾਇਦ ਇਹ ਗਿਆਨ ਦੀਆਂ ਗੱਲਾਂ ਨਾਲ ਫਿਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਸ਼ਿਕਾਰ ਕਰਨ ਦੀ ਜ਼ਰੂਰਤ ਵੀ ਨਾ ਪਵੇ। ਪਰਮਾਤਮਾ ਤੁਹਾਨੂੰ ਇਹ ਗਿਆਨ ਦੀਆਂ ਗੱਲਾਂ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਜਾਂਦੀਆਂ ਤਾਂ ਤੁਹਾਨੂੰ ਕਰੋੜਾਂਪਤੀ ਕਰ ਦੇਵੇਗਾ। ਤੁਹਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ। ਬਸ ਮੇਰੀ ਜਾਨ ਬਖਸ਼ ਦਿਓ ਤੇ ਜਾਨ ਬਖਸ਼ਣ ਦੇ ਬਦਲੇ ਮੈਂ ਤੁਹਾਨੂੰ ਇਹ ਕੀਮਤੀ ਗੱਲਾਂ ਦੱਸਾਂਗੀ। ਸ਼ਿਕਾਰੀ ਤੇ ਉਸਦੀ ਘਰਵਾਲੀ ਬਹੁਤ ਹੈਰਾਨ ਹੋਏ ਕਿ ਇੱਕ ਘੁੱਗੀ ਪਹਿਲੀ ਵਾਰ ਬੋਲਦੀ ਸੁਣੀ ਹੈ। ਉਹਨਾਂ ਪੁੱਛਿਆ ਕਿ ਕਿਵੇਂ ਸੰਭਵ ਹੈ, ਤਾਂ ਉਸਨੇ ਦੱਸਿਆ ਕਿ ਮੈਂ ਇੱਕ ਗਿਆਨੀ ਦੀ, ਇੱਕ ਮਹਾਤਮਾ ਦੀ ਸੰਗਤ ਦੇ ਵਿੱਚ ਰਹੀ ਹਾਂ, ਜਿੱਥੋਂ ਮੈਂ ਬੋਲਣਾ ਵੀ ਸਿੱਖਿਆ ਤੇ ਨਾਲ ਦੀ ਨਾਲ ਮੈਂ ਜ਼ਿੰਦਗੀ ਦੇ ਅਨੇਕਾਂ ਨੁਸਖੇ ਸਿੱਖੇ ਨੇ। ਉਹਨਾਂ ਵਿੱਚੋਂ ਇੱਕ ਨੁਸਖਾ ਇਹ ਵੀ ਹੈ ਕਿ ਅਮਰ ਕਿਵੇਂ ਰਿਹਾ ਜਾ ਸਕਦਾ ਹੈ। ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰ ਦੇਵਾਂਗੀ। ਸ਼ਿਕਾਰੀ ਬਹੁਤ ਖੁਸ਼ ਹੋ ਗਿਆ ਤੇ ਉਸਨੇ ਕਿਹਾ ਕਿ ਠੀਕ ਹੈ, ਮੈਂ ਵਾਅਦਾ ਕਰਦਾ ਮੈਂ ਤੈਨੂੰ ਯਾਦ ਕਰ ਦੇਵਾਂਗਾ, ਤੂੰ ਮੈਨੂੰ ਗੱਲਾਂ ਦੱਸਣੀਆਂ ਸ਼ੁਰੂ ਕਰ। ਤਾਂ ਘੁੱਗੀ ਨੇ ਪਹਿਲੀ ਗੱਲ ਦੱਸੀ ਕਿ ਜਿਵੇਂ ਦਾ ਅੰਨ ਉਵੇਂ ਦਾ ਮਨ, ਜਿਵੇਂ ਦਾ ਮਨ ਉਵੇਂ ਦੀ ਬੁੱਧੀ, ਜਿਵੇਂ ਦੀ ਬੁੱਧੀ ਵੈਸਾ ਹੀ ਕਰਮ ਕਰੋ ਤੇ ਜਿਵੇਂ ਦਾ ਕਰਮ ਕਰੋਗੇ ਉਹੋ ਜਿਹਾ ਫਲ ਮਿਲੇਗਾ। ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਬੀਤੀ ਗੱਲ ਤੇ ਕਦੇ ਨਾ ਪਛਤਾਇਓ। ਜੋ ਸਮਾਂ ਲੰਘ ਗਿਆ ਉਸ ਨੂੰ ਯਾਦ ਕਰਕੇ ਦੁਖੀ ਨਾ ਹੋਣਾ, ਉਸ ਤੋਂ ਸਬਕ ਲੈਣਾ। ਬੀਤੇ ਦੇ ਉੱਤੇ ਕਦੀ ਵੀ ਰੋਣਾ ਨਹੀਂ, ਉਸ ਤੋਂ ਸਬਕ ਲਓ ਤੇ ਜ਼ਿੰਦਗੀ ਦੇ ਵਿੱਚ ਅੱਗੇ ਲੰਘ ਜਾਓ। ਤੀਜੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਗੱਲ ਜੋ ਸਮਝ ਵਿੱਚ ਨਾ ਆਵੇ ਉਸ ਤੇ ਕਦੀ ਵਿਸ਼ਵਾਸ ਨਾ ਕਰਨਾ, ਨਹੀਂ ਤਾਂ ਹਮੇਸ਼ਾ ਤੁਹਾਡੇ ਹੱਥ ਘਾਟਾ ਹੀ ਲੱਗੇਗਾ। ਚੌਥੀ ਗੱਲ ਇਹ ਹੈ ਕਿ ਹੱਥ ਵਿੱਚ ਜੋ ਕੁਝ ਵੀ ਆਵੇ, ਜ਼ਿੰਦਗੀ ਦੇ ਵਿੱਚ ਕੁਝ ਲੈਣ ਲਈ ਨਿਕਲਿਓ, ਹੱਥ ਵਿੱਚ ਜੋ ਆਵੇ ਉਸ ਨੂੰ ਕਦੇ ਗਵਾਉਣਾ ਨਾ। ਵਾਹਿਗੁਰੂ ਦਾ ਦਿੱਤਾ ਸਮਝ ਕੇ ਸਬਰ ਸੰਤੋਖ ਕਰਨਾ। ਹੱਥ ਵਿੱਚ ਚਾਹੇ ਬਹੁਤੀ ਸ਼ੈ ਆਵੇ ਚਾਹੇ ਥੋੜੀ, ਉਸ ਦੇ ਉੱਪਰ ਕਦੇ ਵੀ ਪਛਤਾਉਣਾ ਨਾ। ਤੇ ਹੁਣ ਮੈਂ ਬੇਨਤੀ ਇਹ ਕਰਦੀ ਹਾਂ, ਉਸਨੇ ਘੁੱਗੀ ਨੇ ਕਿਹਾ ਕਿ ਮੈਂ ਤੁਹਾਨੂੰ 4 ਕੀਮਤੀ ਗੱਲਾਂ ਦੱਸੀਆਂ ਨੇ। 5ਵੀਂ ਤੁਹਾਨੂੰ ਉਹ ਗੱਲ ਦੱਸਾਂਗੀ ਜਿਸ ਨੂੰ ਸੁਣ ਕੇ ਤੁਸੀਂ, ਤੁਹਾਡੇ ਬੱਚੇ ਤੇ ਹਰ ਕੋਈ ਹੱਕਾ ਬੱਕਾ ਰਹਿ ਜਾਵੇਗਾ। ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਨੂੰ ਆਜ਼ਾਦ ਕਰਨਾ ਪਵੇਗਾ, ਮੈਨੂੰ ਛੱਡਣਾ ਪਵੇਗਾ। ਉਸ ਸ਼ਿਕਾਰੀ ਨੇ ਝੱਟ ਦੇਣੀ ਉਸ ਨੂੰ ਆਜ਼ਾਦ ਕਰ ਦਿੱਤਾ, ਉਸ ਦਾ ਪਿੰਜਰਾ ਖੋਲ੍ਹ ਦਿੱਤਾ, ਫਿਰ ਉਸ ਨੂੰ ਜੰਜੀਰਾਂ ਦੇ ਵਿੱਚੋਂ ਰਿਹਾ ਕਰ ਦਿੱਤਾ। ਘੁੱਗੀ ਕਹਿੰਦੀ ਕਿ ਮੈਂ ਤੈਨੂੰ 5ਵੀਂ ਗੱਲ ਤਾਂ ਦੱਸ ਹੀ ਨਹੀਂ ਸਕਦੀ। ਆਜ਼ਾਦ ਹੋਣ ਤੋਂ ਬਾਅਦ ਘੁੱਗੀ ਨੇ ਬੋਲ ਬਦਲ ਲਏ। ਕਹਿੰਦੀ ਤੂੰ ਤਾਂ ਮੂਰਖ ਹੈ, ਤੇਰੇ ਵਰਗੇ ਬੰਦੇ ਨੂੰ ਗਿਆਨ ਦੇਣ ਦਾ ਕੋਈ ਫਾਇਦਾ ਨਹੀਂ। ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਤੇਰੇ ਵਰਗੇ ਮੂਰਖ ਇਨਸਾਨ ਨੂੰ ਗਿਆਨ ਦੇਵਾਂ। ਹੁਣ ਸਾਰੇ ਇੱਕਦਮ ਹੈਰਾਨ ਹੋ ਗਏ ਕਿ ਜਿੰਨਾ ਚਿਰ ਇਹ ਕੈਦ ਦੇ ਵਿੱਚ ਸੀ ਉਹਨਾਂ ਚਿਰ ਇਸ ਦੀ ਬੋਲ ਬਾਣੀ ਕੁਛ ਹੋਰ ਸੀ। ਜਿਵੇਂ ਇਸ ਨੂੰ ਰਿਹਾ ਕਰ ਦਿੱਤਾ, ਇਸ ਨੇ ਆਪਣੇ ਬਿਆਨ ਬਦਲ ਲਏ। ਹੁਣ ਉਹ ਉੱਡਣ ਹੀ ਲੱਗੀ ਸੀ ਕਿ ਸ਼ਿਕਾਰੀ ਨੇ ਬੇਨਤੀ ਕੀਤੀ ਕਿ ਠੀਕ ਹੈ, ਮੈਂ ਮੂਰਖ ਹਾਂ, ਮੈਂ ਹੋਵਾਂਗਾ, ਤੁਸੀਂ ਮੇਰੇ ਤੋਂ ਗਿਆਨਵਾਨ ਹੋ, ਤੁਸੀਂ ਗਿਆਨੀ ਲੋਕਾਂ ਦੀ ਸੰਗਤ ਕੀਤੀ ਹੈ, ਮੈਨੂੰ 5ਵੀਂ ਗੱਲ ਵੀ ਨਾ ਦੱਸੋ, ਬਸ ਜਾਂਦਿਆਂ ਜਾਂਦਿਆਂ ਮੈਨੂੰ ਇੰਨੀ ਕੁ ਗੱਲ ਦੱਸ ਦਿਓ ਕਿ ਤੁਸੀਂ ਇਹ ਕਿਉਂ ਕਿਹਾ ਕਿ ਮੈਂ ਮੂਰਖ ਹਾਂ। ਅੱਗੋਂ ਘੁੱਗੀ ਨੇ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਚੌਥੀ ਗੱਲ ਦੱਸੀ ਸੀ ਕਿ ਹੱਥ ਵਿੱਚ ਚਾਹੇ ਬਹੁਤਾ ਆਵੇ ਚਾਹੇ ਥੋੜਾ, ਉਹ ਰੱਖ ਲਵੋ, ਉਸ ਨੂੰ ਜਾਣ ਨਾ ਦਿਓ। ਤੇ ਤੁਹਾਡੇ ਹੱਥ ਵਿੱਚ ਮੈਂ ਥੋੜੀ ਆਈ ਸੀ ਪਰ ਤੁਸੀਂ ਮੈਨੂੰ ਜਾਣ ਦਿੱਤਾ। ਤੇ ਸਭ ਤੋਂ ਮਹੱਤਵਪੂਰਨ ਗੱਲ, ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਸਾਧੂ ਦੀ ਸੰਗਤ ਕੀਤੀ ਹੈ, ਮੈਂ ਗਿਆਨੀ ਲੋਕਾਂ ਦੀ ਸੰਗਤ ਕੀਤੀ ਹੈ, ਮੈਂ ਤਾਂ ਇਹ ਵੀ ਦੱਸ ਸਕਦੀ ਹਾਂ ਕਿ ਇਨਸਾਨ ਅਮਰ ਕਿਵੇਂ ਹੋਵੇਗਾ। ਤੁਹਾਨੂੰ ਅਮਰ ਕਰਨ ਦਾ ਨੁਸਖਾ ਵੀ ਮੇਰੇ ਕੋਲ ਸੀ ਪਰ ਤੁਸੀਂ ਮੈਨੂੰ ਜਾਣ ਦਿੱਤਾ। ਇਹਦਾ ਮਤਲਬ ਤੁਸੀਂ ਮੇਰੀਆਂ ਗੱਲਾਂ ਸਿਰਫ ਸੁਣ ਰਹੇ ਹੋ,
ਉਸ ਨੂੰ ਅਮਲ ਵਿੱਚ ਨਹੀਂ ਲਿਆਓਗੇ। ਤੁਹਾਨੂੰ ਸੁਣਨਾ ਪਸੰਦ ਹੈ, ਤੁਹਾਨੂੰ ਸੁਣਨਾ ਚੰਗਾ ਲੱਗ ਰਿਹਾ ਸੀ, ਇਸੇ ਕਰਕੇ ਤੁਸੀਂ ਮੈਨੂੰ ਆਜ਼ਾਦ ਕਰ ਦਿੱਤਾ, ਹੋਰ ਕੁਛ ਨਹੀਂ। ਇੰਨੀ ਗੱਲ ਕਹਿ ਕੇ ਘੁੱਗੀ ਉੱਥੋਂ ਚਲੀ ਗਈ। ਸੋ ਘੁੱਗੀ ਦੀਆਂ ਗੱਲਾਂ ਤੋਂ ਸਾਨੂੰ ਵੀ ਇੱਕ ਵੱਡੀ ਸਿੱਖਿਆ ਮਿਲਦੀ ਹੈ।